So let's continue the 10-year series of CBSE questions for accounting for share capital. ਸੋ ਇਹ ਚੈਪਟਰ ਜਿਹੜਾ ਆ ਪਾਰਟ ਸੈਕੰਡ ਦਾ ਤੁਹਾਡੀ ਬੁੱਕ ਦੇ ਵਿੱਚ ਆ ਤੇ ਯੂਨਿਟ ਹੈਗਾ 5th। ਸੋ ਹੁਣ ਦੇਖਦੇ ਆ ਅਕਾਊਂਟਿੰਗ ਫॉर ਸ਼ੇਅਰ ਕੈਪੀਟਲ ਐਂਡ ਡਿਵੀਡੈਂਚਰ। ਸੋ ਇਹਦੇ ਕੁਐਸਚਨ ਆਪਾਂ ਦੇਖਦੇ ਆ। ਇਹਦੇ ਵਿੱਚ ਹੁਣ ਕੀ ਕਰਾਂਗੇ, 1 ਮਾਰਕ 1 ਮਾਰਕ ਵਾਲੇ ਕੁਐਸਚਨ ਕਰਾਂਗੇ, 3 ਮਾਰਕਸ ਵਾਲੇ ਕਰਾਂਗੇ ਐਂਡ ਹੋਰ ਕਾਫੀ ਸਾਰੇ ਕੁਐਸਚਨ ਆ ਤੇ ਇਸ ਤੋਂ ਬਾਅਦ ਆਪਾਂ 4 ਮਾਰਕਸ ਵਾਲੇ ਵੀ ਕੁਐਸਚਨ ਸਾਰੇ ਅਟੈਂਪਟ ਕਰਾਂਗੇ। ਸੋ ਇਹਦੇ ਵਿੱਚ ਦੇਖਦੇ ਆ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਆਉਂਦੇ ਆ 10 ਇਅਰਸ ਦੇ ਵਿੱਚ। ਇਹ ਉਹ ਕੁਐਸਚਨ ਮੈਂ ਦੇਖੇ ਹੋਏ ਜਿਹੜੇ 2017 ਐਂਡ 16 ਇਹਨਾਂ ਦੇ ਵਿੱਚ ਕੁਐਸਚਨ ਆਏ ਆ। 16 17 18 19 ਤੱਕ ਜਿਹੜੇ ਤੁਹਾਨੂੰ 4 ਸਾਲਾਂ ਦੇ ਵਿੱਚ ਕੁਐਸਚਨ ਆਏ ਆ। ਠੀਕ ਹੈ ਜੀ। ਸੋ ਇਹ ਸੀਰੀਜ਼ ਦੇਖਣ ਦੇ ਲਈ ਤੁਸੀਂ ਬਾਕੀ ਦੀਆਂ ਵੀਡੀਓਜ਼ ਜਿਹੜੀਆਂ ਆ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਤੁਸੀਂ ਬਾਕੀ ਦੀਆਂ ਸਾਰੀਆਂ ਵੀਡੀਓ ਵੀ ਕੰਟੀਨਿਊ ਦੇਖ ਸਕਦੇ ਆ ਤੇ ਪਲੇਲਿਸਟ ਵੀ ਅਸੀਂ ਬਣਾਈ ਹੋਈ ਆ, ਤੁਸੀਂ ਉਹਦੇ ਵਿੱਚ ਵੀ ਸਾਰੀਆਂ ਫੋਲੋ ਕਰ ਸਕਦੇ ਵੀਡੀਓ। ਸੋ ਦੇਖਦੇ ਹੁਣ। ਸੋ ਫਸਟ ਕੁਐਸਚਨ ਹੈਗਾ ਵਟ ਇਜ਼ ਮੈਂਟ ਬਾਈ ਇਸ਼ੂਡ ਕੈਪੀਟਲ। ਕੈਪੀਟਲ ਇਸ਼ੂਡ ਦਾ ਕੀ ਮਤਲਬ ਹੁੰਦਾ ਹੈ? ਇਸ਼ੂਡ ਕੈਪੀਟਲ ਇਜ਼ ਦੈਟ ਪਾਰਟ ਆਫ ਆਥੋਰਾਈਜ਼ਡ ਕੈਪੀਟਲ। ਇਹ ਇੱਕ ਕਿਸਮ ਦਾ ਆਥੋਰਾਈਜ਼ਡ ਕੈਪੀਟਲ ਹੁੰਦਾ ਹੈ ਵਿਚ ਇਜ਼ ਆਫਰਡ ਟੂ ਦਾ ਪਬਲਿਕ ਫॉर ਸਬਸਕ੍ਰਿਪਸ਼ਨ। ਪਬਲਿਕ ਦੀ ਸਬਸਕ੍ਰਿਪਸ਼ਨ ਦੇ ਲਈ ਜਿਹੜਾ ਕੈਪੀਟਲ, ਜਿਹੜਾ ਆਥੋਰਾਈਜ਼ਡ ਕੈਪੀਟਲ ਹੁੰਦਾ ਉਹਨੂੰ ਅਸੀਂ ਕੀ ਕਹਿੰਦੇ, ਇਸ਼ੂਡ ਕੈਪੀਟਲ ਕਹਿ ਦਿੰਦੇ ਆ। ਸੋ ਇਹਦਾ ਆਨਸਰ ਮੈਂ ਲਿਖ ਵੀ ਦਿੰਦਾ, ਇਸ਼ੂਡ ਕੈਪੀਟਲ। IC means issued capital is that part of authorized capital which is offered to the public for subscription। ਪਬਲਿਕ ਦੀ ਸਬਸਕ੍ਰਿਪਸ਼ਨ ਦੇ ਲਈ ਆਥੋਰਾਈਜ਼ ਹੋਇਆ ਹੁੰਦਾ, ਕੋਈ ਕੰਪਨੀ ਆਥੋਰਾਈਜ਼ ਕਰਦੀ ਹੈ। ਸੋ ਨੈਕਸਟ ਕੁਐਸਚਨ ਹੈ, ਇਹ ਕੁਐਸਚਨ ਜਿਹੜਾ ਆ 2017 ਦੇ ਵਿੱਚ ਜਾਂ ਕਈ ਵਾਰੀ ਜਿਹੜੀਆਂ ਤੁਹਾਡੀਆਂ ਕੰਪਾਰਟਮੈਂਟ ਦੇ ਪੇਪਰਸ ਹੁੰਦੇ, ਐਗਜ਼ਾਮਸ ਹੁੰਦੇ, ਉਹਨਾਂ ਦੇ ਵਿੱਚ ਵੀ ਕਈ ਵਾਰੀ ਆ ਚੁੱਕਾ ਇੱਕ ਨੰਬਰ ਦੇ ਵਿੱਚ। ਠੀਕ ਹੈ। ਸੋ ਨੈਕਸਟ ਕੁਐਸਚਨ ਹੈਗਾ, ਬਹੁਤ ਈਜ਼ੀ ਕੁਐਸਚਨ ਸੀਗਾ। ਸੋ ਨੈਕਸਟ ਹੈਗਾ ਇਜ਼ ਦ ਰਿਵਰਸ ਕੈਪੀਟਲ ਏ ਪਾਰਟ ਆਫ ਅਨਸਬਸਕ੍ਰਾਈਬਡ ਕੈਪੀਟਲ ਔਰ ਅਨਕਾਲਡ ਕੈਪੀਟਲ। ਸੋ ਇਹ ਤਾਂ ਬਹੁਤ ਈਜ਼ੀ ਕੁਐਸਚਨ ਆ ਕਿਉਂਕਿ ਰਿਜ਼ਰਵ ਕੈਪੀਟਲ ਜਿਹੜਾ ਆ ਉਹ ਪਾਰਟ ਹੁੰਦਾ ਆ ਅਨਕਾਲਡ ਕੈਪੀਟਲ ਦਾ। ਠੀਕ ਹੈ ਜੀ। ਸੋ ਇੱਥੇ ਮੈਂ ਹੁਣ ਤੁਹਾਨੂੰ ਸਿਰਫ ਇੱਦਾਂ ਹੀ ਲਿਖ ਦਿੰਦਾ ਕਿ ਅਨਕਾਲਡ। ਰਿਜ਼ਰਵ ਕੈਪੀਟਲ ਇਜ਼ ਪਾਰਟ ਆਫ ਅਨਕਾਲਡ ਕੈਪੀਟਲ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਇਹ ਵੀ 1 ਨੰਬਰ ਵਾਲਾ ਹੀ 1 ਮਾਰਕ ਦਾ ਕੁਐਸਚਨ ਹੈ। ਵਟ ਮੈਂਟ ਬਾਈ EMPLOYEE ਸਟਾਕ ਆਪਸ਼ਨ ਪਲਾਨ। ਠੀਕ ਹੈ ਜੀ। ਇਹ ਥੋੜ੍ਹਾ ਜਿਹਾ ਇਹ ਟਿਪੀਕਲ ਕੁਐਸਚਨ ਹੈ, ਇਹ ਥੋੜ੍ਹਾ ਸਾਨੂੰ ਸਮਝਣ ਦੀ ਵੀ ਲੋੜ ਹੈ। EMPLOYEE ਸਟਾਕ ਆਪਸ਼ਨ ਪਲਾਨ ਕੀ ਹੁੰਦਾ, ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਆ ਕਿ ਦੇਖੋ ਹੁਣ ਕੋਈ ਫਰਮ ਆ, ਠੀਕ ਹੈ, ਕਿਸੇ ਫਰਮ ਨੇ ਆਪਣੇ ਸ਼ੇਅਰ ਜਿਹੜੇ ਆ ਉਹ ਸ਼ੇਅਰ ਕਿਸੇ ਫਰਮ ਨੇ ਆਪਣੇ ਦੇਣੇ ਆ, ਲਾਂਚ ਕੀਤੇ ਆ, ਤਾਂ EMPLOYEES ਨੂੰ ਕੀ ਕਰਦੇ ਆ, ਉਹ ਮੰਨ ਲਓ ਕਿਸੇ ਸ਼ੇਅਰ ਦਾ ਜਿਹੜਾ ਪ੍ਰਾਈਜ਼ ਆ ਉਹ 100 ਪ੍ਰਾਈਜ਼ ਦੇ ਉੱਤੇ ਸ਼ੇਅਰ ਕਿਸੇ ਕੋਈ ਕੰਪਨੀ ਆਫਰ ਕਰ ਰਹੀ ਆ। ਸੋ ਉਹ ਆਪਣੇ EMPLOYEES ਲਈ ਜਾਂ ਉਹਨਾਂ ਦੇ ਡਾਇਰੈਕਟਰਸ ਦੇ ਲਈ ਕੀ ਕਰਦੀ ਆ, ਉਹ ਸੇਮ ਸ਼ੇਅਰ ਨੂੰ 80 ਜਾਂ 90 ਰੁਪਏ ਵਿੱਚ ਆਫਰ ਕਰਦੀ ਆ। ਠੀਕ ਹੈ। ਸੋ ਇਸ ਆਪਸ਼ਨ ਨੂੰ ਕੀ ਕਹਿੰਦੇ ਆ, EMPLOYEE ਸਟਾਕ ਆਪਸ਼ਨ ਪਲਾਨ। ਸੋ ਕੰਪਨੀ ਹੁਣ ਕੰਪਨੀ ਜਿਹੜੀ ਇੱਕ ਆਪਸ਼ਨ ਪਲਾਨ ਦਿੰਦੀ ਆ ਕਿ ਤੁਸੀਂ ਜਿਹੜਾ ਸਾਡਾ ਆਪਣਾ ਹੀ ਸ਼ੇਅਰ ਆ ਉਹ 100 ਤੋਂ ਘੱਟ ਖਰੀਦ ਸਕਦੇ ਆ। ਤੁਸੀਂ 80 ਰੁਪੀਜ਼ ਦੇ ਵਿੱਚ ਜਾਂ ਮੰਨ ਲਓ 85 ਦੇ ਵਿੱਚ ਤੁਸੀਂ ਜਿਹੜਾ ਇਹ ਸ਼ੇਅਰ ਜਿਹੜਾ ਪਰਚੇਜ਼ ਕਰ ਸਕਦੇ ਆ। ਇਸ ਚੀਜ਼ ਨੂੰ ਕੀ ਕਹਿੰਦੇ ਆ, EMPLOYEE ਸਟਾਕ ਆਪਸ਼ਨ ਪਲਾਨ। ਠੀਕ ਹੈ। ਮੈਂ ਪੂਰਾ ਲਿਖ ਦਿੰਦਾ। ਇਹਦਾ EMPLOYEE ਸਟਾਕ ਆਪਸ਼ਨ ਪਲਾਨ ਮੀਨਸ option granted by company to its employees and director। EMPLOYEES ਲਈ ਤੇ ਡਾਇਰੈਕਟਰਸ ਲਈ, ਮੰਨ ਲਓ ਜਿਹੜੇ ਸਾਰੇ ਟੋਟਲ EMPLOYEES ਹੋ ਗਏ ਇਹਦੇ ਵਿੱਚ, ਇਹਨਾਂ ਦੇ ਲਈ ਆਪਸ਼ਨ ਦਿੱਤੀ ਜਾਂਦੀ ਹੁੰਦੀ ਆ ਟੂ subscribe to the shares of company at a price
that is lower than the market price। ਹੁਣ ਦੇਖੋ ਮਾਰਕੀਟ ਪ੍ਰਾਈਸ ਦੇ ਨਾਲੋਂ ਘੱਟ ਰੇਟ ਤੇ ਉਹਨਾਂ ਨੂੰ ਆਪਣੀ ਹੀ ਕੰਪਨੀ ਦੇ ਸ਼ੇਅਰ ਮਿਲ ਰਹੇ ਆ। ਇਸ ਚੀਜ਼ ਨੂੰ ਆਪਾਂ ਕਹਿੰਦੇ EMPLOYEE ਸਟਾਕ ਓਪੀਨੀਅਨ ਆਪਸ਼ਨ ਆਪਸ਼ਨ। ਠੀਕ ਹੈ ਜੀ। ਸੋ ਇਹ ਕੁਐਸਚਨ ਵੀ ਜਿਹੜਾ ਇਹ ਕਾਫੀ ਵਾਰੀ ਆ ਚੁੱਕਾ ਤੁਹਾਡੇ 2012 ਦੇ ਵਿੱਚ ਵੀ ਆ ਚੁੱਕਾ ਹੈ, 17 ਦੇ ਵਿੱਚ ਵੀ ਆ ਚੁੱਕਾ ਆ, ਤੇ ਇੱਕ ਵਾਰੀ ਕੰਪਾਰਟਮੈਂਟ ਦੇ ਪੇਪਰ ਦੇ ਵਿੱਚ ਵੀ ਆ ਚੁੱਕਾ ਇਹ ਵਾਲਾ ਕੁਐਸਚਨ। ਸੋ ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਸਾਡਾ 3 ਮਾਰਕਸ ਦਾ ਕੁਐਸਚਨ। ਸੋ ਇਹ ਕੁਐਸਚਨ ਵੱਡਾ ਹੈ। ਵਟ ਇਜ਼ ਮੈਂਟ ਬਾਈ ਅ ਸ਼ੇਅਰ ਹੁੰਦਾ ਕੀ? ਇਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੀ ਕਲੈਰਿਟੀ ਹੋ ਜਾਣੀ ਹੈ ਕਿ ਸ਼ੇਅਰ ਕੀ ਹੁੰਦਾ, ਕਿੰਨੀ ਤਰ੍ਹਾਂ ਦੇ ਹੁੰਦੇ ਆ ਸ਼ੇਅਰ। ਗਿਵ ਐਨੀ 2 ਡਿਫਰੈਂਸਿਸ ਬਿਟਵੀਨ ਪ੍ਰੈਫਰੈਂਸ ਸ਼ੇਅਰ ਐਂਡ ਇਕੁਇਟੀ ਸ਼ੇਅਰ। ਠੀਕ ਹੈ ਜੀ। ਸ਼ੇਅਰ ਹੁੰਦੇ ਕੀ ਆ, ਤੇ ਆਪਾਂ ਹੀ ਕਰਨਾ ਆ ਵੀ ਜਿਹੜੇ ਆ 2 ਆਪਾਂ ਐਗਜ਼ਾਮਪਲਸ ਦੇਣੀਆਂ ਪ੍ਰੈਫਰੈਂਸ ਸ਼ੇਅਰ ਦੀਆਂ ਐਂਡ ਇਕੁਇਟੀ ਸ਼ੇਅਰ ਦੀਆਂ। ਸੋ ਇਹ ਕੁਐਸਚਨ ਜਿਹੜਾ ਮੈਂ ਤੁਹਾਡੇ ਲਈ ਸੋਲਵ ਕਰਕੇ ਰੱਖਿਆ ਹੋਇਆ ਹੈ। ਸੋ ਦੇਖਦੇ ਹਾਂ। ਹੁਣ ਦੇਖੋ ਪ੍ਰੈਫਰੈਂਸ ਸ਼ੇਅਰ ਐਂਡ ਇਕੁਇਟੀ ਸ਼ੇਅਰ। ਹੁਣ ਜਿਹੜੇ ਵੀ ਤੁਸੀਂ ਟੀਚਰ ਦੇ ਕੋਲੋਂ ਪੜ੍ਹਦੇ ਆ, ਠੀਕ ਆ, ਤਾਂ ਉਹਨਾਂ ਨੂੰ ਤੁਸੀਂ ਪੁੱਛਿਆ ਕਰੋ ਕਿ ਕਿਹੜੀ ਕੰਪਨੀ ਆ, ਕਿਹੜੇ ਸ਼ੇਅਰ ਖਰੀਦਣੇ ਚਾਹੀਦੇ ਆ, ਜਾਂ ਡੀਮੈਟ ਅਕਾਊਂਟ ਕੀ ਹੁੰਦਾ ਜਿੱਥੇ ਸ਼ੇਅਰ ਰੱਖੀਦੇ ਆ, ਕਿਵੇਂ ਸ਼ੇਅਰ ਖਰੀਦੀਦੇ ਆ। ਠੀਕ ਆ। ਤੁਸੀਂ ਹੁਣ ਅਕਾਊਂਟਿੰਗ ਕਰਦੇ ਆ ਤਾਂ ਉਹਦਾ ਪ੍ਰੈਕਟੀਕਲ ਕਰਨਾ ਵੀ ਜ਼ਰੂਰੀ ਆ, ਕਿਉਂਕਿ ਆਹ ਬਹੁਤ ਯੂਜ਼ਫੁਲ ਬੁੱਕਸ ਆ, ਬਹੁਤ ਯੂਜ਼ਫੁਲ ਚੈਪਟਰ ਆ, ਨੌਲੇਜ ਬਹੁਤ ਯੂਜ਼ਫੁਲ ਆ। ਤੇ ਇਹ ਅਗਰ ਤੁਸੀਂ ਕਰ ਰਹੇ ਆ ਨਾ, ਸ਼ੇਅਰਸ ਬਾਰੇ ਤੁਹਾਨੂੰ ਪਤਾ ਆ, ਤੁਸੀਂ ਸਹੀ ਤਰੀਕੇ ਦੀ ਨੌਲੇਜ ਲੈ ਰਹੇ ਆ। ਪ੍ਰੈਫਰੈਂਸ ਸ਼ੇਅਰ ਐਂਡ ਇਕੁਇਟੀ ਸ਼ੇਅਰ ਤੁਹਾਨੂੰ ਪਤਾ ਹੈ ਕਿ ਕਿਹੜੀ ਕੰਪਨੀ ਕਿੱਦਾਂ ਦੇ ਸ਼ੇਅਰ ਲਾਂਚ ਕਰਦੀ ਅਤੇ ਉਹਨਾਂ ਦੀ ਵੈਲਿਊ ਕੀ ਆ। ਠੀਕ ਹੈ। ਤਾਂ ਤੁਸੀਂ ਕੀ ਕਰ ਸਕਦੇ, ਘਰ ਬੈਠੇ ਹੀ ਪੈਸੇ ਕਮਾ ਸਕਦੇ ਆ। ਸੋ ਇਹ ਚੰਗੀ ਤਰ੍ਹਾਂ ਨੌਲੇਜ ਲਓ ਇਸ ਗੱਲ ਦੀ। ਠੀਕ ਹੈ ਜੀ। ਸੋ ਹੁਣ ਦੇਖਦੇ ਹਾਂ ਪ੍ਰੈਫਰੈਂਸ ਸ਼ੇਅਰ ਐਂਡ ਇਕੁਇਟੀ ਸ਼ੇਅਰ ਦੇ ਵਿੱਚ ਕੀ ਡਿਫਰੈਂਸ ਆ। ਸੋ ਸਭ ਤੋਂ ਪਹਿਲਾਂ ਆਪਾਂ ਬੇਸਿਸ ਦੇਖਦੇ ਹਾਂ ਰੇਟ ਆਫ ਡਿਵੀਡੈਂਡ। ਡਿਵੀਡੈਂਡ ਦੇਖੋ। ਸੋ ਮੇਰੇ ਦੋਸਤੋ, ਡਿਵੀਡੈਂਡ ਉਹ ਚੀਜ਼ ਹੁੰਦੀ ਜਿਹੜਾ ਤੁਹਾਨੂੰ ਪ੍ਰੋਫਿਟ ਸ਼ੇਅਰਿੰਗ ਮਿਲਦੀ ਹੈ। ਠੀਕ ਹੈ। ਤੁਸੀਂ ਅਗਰ ਕੋਈ ਵੀ ਸ਼ੇਅਰ ਖਰੀਦਦੇ ਹੋਏ ਆ, ਮੰਨ ਲਓ ਕਿਸੇ ਵੀ XYZ ਕੰਪਨੀ ਦੇ ਸ਼ੇਅਰ ਖਰੀਦਦੇ ਆ, ਤੁਹਾਡੇ ਕੋਲ ਕੀ ਆ 10,000 ਸ਼ੇਅਰ ਆ। ਠੀਕ ਆ। ਜਦੋਂ ਉਸ ਕੰਪਨੀ ਨੂੰ ਈਅਰ ਐਂਡ ਦੇ ਉੱਤੇ ਫਾਈਨੈਂਸ਼ੀਅਲ ਈਅਰ ਜਦੋਂ ਐਂਡ ਹੁੰਦਾ ਤਾਂ ਉਹ ਪ੍ਰੋਫਿਟ ਜੋ ਵੀ ਹੁੰਦਾ ਉਸ ਪ੍ਰੋਫਿਟ ਦਾ ਤੁਹਾਨੂੰ ਡਿਵੀਡੈਂਟ ਮਿਲ ਜਾਣਾ ਹੈ। ਇਸ ਚੀਜ਼ ਨੂੰ ਕਹਿੰਦੇ ਡਿਵੀਡੈਂਟ, ਜਾਣੀ ਕਿ ਤੁਹਾਨੂੰ ਪ੍ਰੋਫਿਟ ਦਾ ਕੋਈ ਸ਼ੇਅਰ ਮਿਲ ਜਾਣਾ, ਹਿੱਸਾ ਮਿਲ ਜਾਣਾ ਹੈ। ਠੀਕ ਹੈ। ਸੋ ਪ੍ਰੈਫਰੈਂਸ ਸ਼ੇਅਰ ਦੇਖਦੇ ਹੁਣ ਰੇਟ ਆਫ ਡਿਵੀਡੈਂਟ ਕਿਵੇਂ ਡਿਵਾਈਡ ਹੁੰਦਾ ਹੈ। ਪ੍ਰੈਫਰੈਂਸ ਸ਼ੇਅਰ ਇਹ ਇਕੁਇਟੀ ਨਾਲੋਂ ਜ਼ਿਆਦਾ ਮੇਰੇ ਹਿਸਾਬ ਨਾਲ ਤਾਂ ਵਧੀਆ ਹੁੰਦੇ ਆ, ਪਰ ਕਿਸੇ ਹਾਲਾਤ ਵਿੱਚ ਇਕੁਇਟੀ ਸ਼ੇਅਰ ਵੀ ਵਧੀਆ ਹੋ ਸਕਦੇ ਆ। ਸੋ ਪ੍ਰੈਫਰੈਂਸ ਸ਼ੇਅਰ ਆਰ ਪੇਡ ਡਿਵੀਡੈਂਟ ਐਟ ਫਿਕਸਡ ਰੇਟ। ਜਿਵੇਂ ਤੁਹਾਨੂੰ FD ਦੇ ਉੱਤੇ ਫਿਕਸਡ ਇੰਟਰਸਟ ਰੇਟ ਮਿਲਦਾ ਨਾ, ਉਸੇ ਹੀ ਤਰੀਕੇ ਦੇ ਨਾਲ ਪ੍ਰੈਫਰੈਂਸ ਸ਼ੇਅਰ ਦੇ ਉੱਤੇ ਤੁਹਾਨੂੰ ਕੀ ਮਿਲਦਾ, ਇੱਕ ਪੀਰੀਅਡ ਤੋਂ ਬਾਅਦ ਵਿੱਚ ਫਿਕਸਡ ਰੇਟ ਹੀ ਮਿਲਦਾ ਤੁਹਾਨੂੰ, ਪੱਕਾ ਰੇਟ, ਜਾਣੀ ਕਿ ਪੱਕੇ ਤੁਹਾਨੂੰ ਜਿਹੜੀ ਆ ਅਮਾਊਂਟ ਕੋਈ ਮਿਲਣਾ ਹੀ ਮਿਲਣਾ ਹਰੇਕ ਵਾਰੀ ਸਾਲ ਦੇ ਐਂਡ 'ਤੇ। ਬਟ ਇਕੁਇਟੀ ਸ਼ੇਅਰਸ ਜਿਹੜੇ ਹੁੰਦੇ ਆ, ਰੇਟ ਆਫ ਡਿਵੀਡੈਂਟ ਔਨ ਇਕੁਇਟੀ ਸ਼ੇਅਰਸ ਇਜ਼ ਨਾਟ ਫਿਕਸਡ। ਕੋਈ ਫਿਕਸ ਨਹੀਂ ਹੁੰਦਾ ਇਹਨਾਂ ਦਾ ਸ਼ੇਅਰ ਦਾ। ਮੰਨ ਲਓ ਤੁਹਾਡੇ ਕੋਲ ਕੀ ਆ 10,000 ਸ਼ੇਅਰ ਆ, ਇੱਕ ਸਾਲ ਫਸਟ ਫਾਈਨੈਂਸ਼ੀਅਲ ਈਅਰ ਦੇ ਐਂਡ ਵਿੱਚ ਤੁਹਾਨੂੰ ਕੀ ਹੋਇਆ 1,000 ਦਾ ਤੁਹਾਨੂੰ ਚੈੱਕ ਆ ਗਿਆ। ਠੀਕ ਹੈ। ਸੋ ਅਗਲੇ ਸਾਲ ਤੁਸੀਂ ਐਕਸਪੈਕਟ ਕਰ ਰਹੇ ਹੋਗੇ ਸ਼ਾਇਦ 1,000 ਤੋਂ ਜ਼ਿਆਦਾ ਆਵੇ, ਬਟ ਨਹੀਂ, ਉਹ ਕੀ ਹੁੰਦਾ ਪ੍ਰੋਫਿਟ ਤੋਂ ਜਿੰਨਾ ਵੀ ਕੰਪਨੀ ਨੂੰ ਪ੍ਰੋਫਿਟ ਹੋਇਆ ਉਹਦੇ ਅਕੋਰਡਿੰਗਲੀ ਹੀ ਆ ਸਕਦਾ ਹੈ। ਮਤਲਬ ਕੀ ਆ 1,200 ਵੀ ਆ ਸਕਦਾ, 1,300 ਵੀ ਆ ਸਕਦਾ, ਬਟ 800 ਜਾਂ 900 ਵੀ ਆ ਸਕਦਾ, ਹੋ ਸਕਦਾ ਕਿ ਨਾ ਹੀ ਆਵੇ, ਕਿਉਂਕਿ ਕੰਪਨੀ ਦੇ ਪ੍ਰੋਫਿਟ ਦੇ ਅਕੋਰਡਿੰਗਲੀ ਅਗਰ ਕੰਪਨੀ ਨੂੰ ਪ੍ਰੋਫਿਟ ਹੋਊਗਾ ਤੁਹਾਨੂੰ ਫਿਰ ਜਿਹੜਾ ਆ ਇਕੁਇਟੀ ਸ਼ੇਅਰ ਦਾ ਡਿਵੀਡੈਂਟ ਮਿਲੂਗਾ। ਅਗਰ ਕੰਪਨੀ ਨੂੰ ਲਾਸ ਹੋਇਆ ਜਾਂ ਪ੍ਰੋਫਿਟ ਨਾ ਹੋਇਆ ਫਿਰ ਤੁਹਾਨੂੰ ਜਿਹੜਾ ਡਿਵੀਡੈਂਟ ਉਹ ਨਹੀਂ ਰਿਸੀਵ ਹੋਊਗਾ। ਕੰਪਨੀ ਕੀ ਕਰਦੀ ਹੈ, ਜਾਂ ਤਾਂ ਤੁਹਾਨੂੰ ਅਮਾਊਂਟ ਕੋਈ ਵੀ ਪੈਸੇ ਦੇ ਦਿੰਦੀ ਆ, ਠੀਕ ਹੈ, ਚੈੱਕ ਦੇ ਇਨ ਟਰਮ ਆਫ ਚੈੱਕ ਦੇ ਦਿੰਦੀ ਆ, ਪੈਸੇ ਦਿੰਦੀ, ਜਾਂ ਤੁਹਾਨੂੰ ਇਨ ਟਰਮ ਆਫ ਸ਼ੇਅਰ ਹੀ ਤੁਹਾਨੂੰ ਪੇਮੈਂਟ ਕਰ ਦਿੱਤੀ ਜਾਂਦੀ ਹੈ। ਸੋ ਇਹ ਹੁੰਦਾ ਪ੍ਰੈਫਰੈਂਸ ਸ਼ੇਅਰ ਐਂਡ ਇਕੁਇਟੀ ਸ਼ੇਅਰ। ਸੋ ਨੈਕਸਟ ਦੇਖ ਲੈਂਦੇ ਕੀ ਚੀਜ਼ ਹੁੰਦੀ ਹੈ। ਇਹ ਤਾਂ ਫਸਟ ਆਪਾਂ ਨੂੰ ਪਤਾ ਲੱਗ ਗਿਆ। ਠੀਕ ਹੈ। ਪ੍ਰੈਫਰੈਂਸ਼ੀਅਲ ਰਾਈਟਸ ਟੂ ਦ ਪੇਮੈਂਟ ਆਫ ਡਿਵੀਡੈਂਟ। ਕਿਹੜੇ ਤਰ੍ਹਾਂ ਦੇ ਸ਼ੇਅਰਸ ਨੂੰ ਸਭ ਤੋਂ ਪਹਿਲਾਂ ਡਿਵੀਡੈਂਟ ਮਿਲਦਾ ਹੈ। ਸੋ ਦੇਖਦੇ ਹਾਂ। ਦੇ ਹੈਵ ਅ ਰਾਈਟ ਕੀ ਆ ਪ੍ਰੈਫਰੈਂਸ ਸ਼ੇਅਰ ਹੈ। ਠੀਕ ਹੈ। ਪ੍ਰੈਫਰੈਂਸ ਸ਼ੇਅਰ ਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਇਹਨਾਂ ਨੂੰ ਡਿਵੀਡੈਂਟ ਮਿਲਣਾ ਹੈ। ਠੀਕ ਹੈ। ਬਿਫੋਰ ਦ ਪੇਮੈਂਟ ਆਫ ਇਕੁਇਟੀ ਸ਼ੇਅਰਸ। ਇਕੁਇਟੀ ਸ਼ੇਅਰਸ ਨੂੰ ਜਿੰਨਾ ਵੀ ਕੰਪਨੀ ਕੋਲ ਜਿਹੜੇ ਆ ਉਹ ਬਚਿਆ ਹੁੰਦਾ ਨਾ, ਉਹ ਬਾਕੀ ਇਕੁਇਟੀ ਸ਼ੇਅਰ ਨੂੰ ਜਾਂਦਾ ਹੈ। ਸਭ ਤੋਂ ਪਹਿਲਾਂ ਦੇ ਹੈਵ ਅ ਰਾਈਟ ਟੂ ਰਿਸੀਵ ਡਿਵੀਡੈਂਟ ਬਿਫੋਰ ਐਨੀ ਡਿਵੀਡੈਂਟ ਇਜ਼ ਪੇਡ ਔਰ ਇਕੁਇਟੀ ਸ਼ੇਅਰ। ਕਿਸੇ ਵੀ ਹੋਰ ਅਲੱਗ ਤਰੀਕੇ ਦੇ ਕਿਸੇ ਵੀ ਹੋਰ ਡਿਵੀਡੈਂਟ ਪੇ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੈਫਰੈਂਸ ਸ਼ੇਅਰ ਜਿਹਦੇ ਕੋਲ ਵੀ ਹੋਣ ਉਹਨਾਂ ਪ੍ਰੈਫਰੈਂਸ ਸ਼ੇਅਰ ਵਾਲੇ ਸ਼ੇਅਰ ਹੋਲਡਰਸ ਨੂੰ ਹੀ ਡਿਵੀਡੈਂਟ ਦਿੱਤਾ ਜਾਂਦਾ ਹੈ। ਠੀਕ ਹੈ। ਸੋ ਨੈਕਸਟ ਹੈਗਾ ਪੇਮੈਂਟ ਆਫ ਡਿਵੀਡੈਂਟ। ਡਿਵੀਡੈਂਟ ਤੁਸੀਂ ਇਹ ਸਮਝ ਲਓ ਕਿ ਤੁਹਾਡਾ ਜਿਵੇਂ ਇੰਟਰਸਟ ਹੀ ਹੋ ਗਿਆ ਕਿਸਮ ਦਾ। ਠੀਕ ਹੈ। ਫੋਰ ਐਗਜ਼ਾਮਪਲ ਇੰਟਰਸਟ ਹੀ ਹੁੰਦਾ, ਜਿਵੇਂ ਆਪਾਂ FD ਦੇ ਉੱਤੇ ਸਾਨੂੰ ਇੰਟਰਸਟ ਮਿਲਦਾ ਨਾ,
ਕਿਸੇ 1 ਲੱਖ ਦੀ FD ਦੇ ਉੱਤੇ ਸਾਨੂੰ 6000 ਰੁਪਏ ਸਾਲ ਬਾਅਦ ਮਿਲਦੇ, ਇੰਟਰਸਟ ਮਿਲਦਾ, ਉਸੇ ਤਰੀਕੇ ਨਾਲ ਆ, ਠੀਕ ਹੈ। ਸੋ ਪੇਮੈਂਟ ਆਫ ਡਿਵੀਡੈਂਡ ਔਨ ਇਕੁਇਟੀ ਸ਼ੇਅਰਸ ਇਜ਼ ਮੇਡ ਆਫਟਰ ਦਾ ਪੇਮੈਂਟ ਆਫ ਪ੍ਰੈਫਰੈਂਸ ਡਿਵੀਡੈਂਡਸ। ਪਹਿਲਾਂ ਪ੍ਰੈਫਰੈਂਸ ਸ਼ੇਅਰ ਨੂੰ ਜਿਹੜੇ ਆ ਉਹ ਡਿਵੀਡੈਂਡ ਮਿਲਣਾ, ਦੈਨ ਇਕੁਇਟੀ ਸ਼ੇਅਰਸ ਨੂੰ ਡਿਵੀਡੈਂਡ ਮਿਲਣਾ। ਸੋ ਇਹ ਮੈਂ ਕੁਛ ਐਗਜ਼ਾਮਪਲਸ ਲਿਖੀਆਂ ਹੋਈਆਂ ਕਿਹੜੀਆਂ ਕੰਪਨੀਆਂ ਪ੍ਰੈਫਰੈਂਸ ਸ਼ੇਅਰ ਤੇ ਇਕੁਇਟੀ ਸ਼ੇਅਰਸ ਆਫਰ ਕਰਦੀਆਂ। ਟਾਟਾ ਕੈਪੀਟਲ ਜਿਹੜੀ ਆ ਕੰਪਨੀ ਹੈ, ਇੱਕ ਬਹੁਤ ਨੋਨ ਕੰਪਨੀ ਆ, ਉਹ ਪ੍ਰੈਫਰੈਂਸ ਸ਼ੇਅਰ ਆਫਰ ਕਰਦੀ ਹੈ। L&T ਲਾਰਸਨ ਐਂਡ ਟਿਊਬਰੋ ਫਾਈਨੈਂਸ਼ੀਅਲ ਹੋਲਡਿੰਗ ਕੰਪਨੀ ਹੈ ਇੱਕ, ਇਹ ਵੀ ਪ੍ਰੈਫਰੈਂਸ ਸ਼ੇਅਰ ਆਫਰ ਕਰਦੀ ਹੈ ਆਪਣੇ ਸ਼ੇਅਰ ਹੋਲਡਰਸ ਨੂੰ। ਤੇ HDFC ਬੈਂਕ ਹੋ ਗਿਆ, ਰਿਲਾਇੰਸ ਹੋ ਗਿਆ, ਤੇ ਇੱਦਾਂ ਦੀਆਂ ਬਹੁਤ ਸਾਰੀਆਂ ਇਨਫਰਾਸਟਰਕਚਰ ਦੀਆਂ ਐਗਜ਼ਾਮਪਲਸ ਆ ਜਿਹੜੀਆਂ ਇਕੁਇਟੀ ਸ਼ੇਅਰਸ ਜਿਹੜੀਆਂ ਆਫਰ ਕਰਦੀਆਂ। ਜਿਵੇਂ ਜਿਵੇਂ ਇਹਨਾਂ ਨੂੰ ਪ੍ਰੋਫਿਟ ਹੁੰਦਾ ਉਸੇ ਤਰੀਕੇ ਦੇ ਨਾਲ ਆਪਣੇ ਸ਼ੇਅਰ ਹੋਲਡਰਸ ਨੂੰ ਇਹ ਪੇਮੈਂਟ ਕਰਦੀਆਂ, ਜਾਂ ਤਾਂ ਇਨ ਟਰਮ ਆਫ ਸ਼ੇਅਰਸ ਦੇ ਵਿੱਚ ਜਾਂ ਇਨ ਟਰਮ ਆਫ ਮਨੀ ਦੇ ਵਿੱਚ, ਠੀਕ ਹੈ ਜੀ। ਅਗਰ ਕਿਸੇ ਨੂੰ ਸਹੀ ਤਰੀਕੇ ਨਾਲ ਨਾ ਪਤਾ ਲੱਗਾ ਹੋਵੇ ਜਾਂ ਕੋਈ ਡਾਊਟ ਹੋਵੇ, ਦੈਨ ਤੁਸੀਂ ਸਾਨੂੰ ਇਨਬਾਕਸ ਦੇ ਵਿੱਚ ਸਾਨੂੰ ਮੈਸੇਜ ਕਰ ਸਕਦੇ, ਠੀਕ ਹੈ, ਮੈਸੇਜ ਕਮੈਂਟ ਕਰ ਸਕਦੇ ਆ, ਜਾਂ ਤੁਹਾਨੂੰ ਅਗਰ ਕੋਈ ਕੁਐਸਚਨ ਨਹੀਂ ਸਮਝ ਲੱਗਦਾ ਤਾਂ ਵੀ ਤੁਸੀਂ ਸਾਨੂੰ ਕੁਐਸਚਨ ਟਾਈਪ ਕਰਕੇ ਤੁਸੀਂ ਮੈਸੇਜ ਕਰ ਸਕਦੇ ਆ, ਠੀਕ ਹੈ ਜੀ। ਸੋ ਨੈਕਸਟ ਦੇਖਦੇ ਆ। ਨੈਕਸਟ ਦੇਖੋ 1 ਮਾਰਕ ਦਾ ਕੁਐਸਚਨ ਹੈ, ਕਾਫੀ ਵੱਡੀ ਸਟੇਟਮੈਂਟ ਆ, ਬਟ ਇਹਦਾ ਆਨਸਰ ਜਿਹੜੇ ਇਹਨਾਂ ਦੇ ਬਹੁਤ ਸਿੰਪਲ ਜਾਂ ਸੌਖੇ ਹੁੰਦੇ ਆ। ਸੋ ਇਹ ਦੇਖਦੇ, ਡੀ ਲਿਮਿਟਡ ਕੰਪਨੀ ਆ, ਕੋਈ ਵੀ XYZ ਕੰਪਨੀ ਹੈ, ਡੀ ਲਿਮਿਟਡ ਇਨਵਾਈਟਡ ਐਪਲੀਕੇਸ਼ਨਸ ਫॉर ਇਸ਼ੂਇੰਗ 10 ਲੱਖ ਇਕੁਇਟੀ ਸ਼ੇਅਰਸ। ਹੁਣ ਦੇਖੋ ਸਾਨੂੰ ਇਕੁਇਟੀ ਸ਼ੇਅਰ ਦਾ ਪਤਾ ਹੈ ਨਾ, ਤੇ ਇਕੁਇਟੀ ਸ਼ੇਅਰ ਕੀ ਆ, ਕੰਪਨੀ ਨੇ ਲਾਂਚ ਕੀਤੇ, ਕਿੰਨੇ ਕੀਤੇ, 10 ਲੱਖ, ਠੀਕ ਹੈ ਜੀ। ਇੰਨੇ ਆਪਣੇ ਸ਼ੇਅਰ ਕੀਤੇ ਫॉर ₹10 ਈਚ, 10 ਰੁਪਏ ਦਾ ਇੱਕ ਸ਼ੇਅਰ ਆ। 10 ਲੱਖ ਸ਼ੇਅਰ ਜਿਹੜੇ ਉਹਨੇ ਇਕੁਇਟੀ ਸ਼ੇਅਰ ਨੇ ਆਫਰ ਕੀਤੇ, ਐਪਲੀਕੇਸ਼ਨਸ ਬੁਲਾਈਆਂ ਤਾਂ ਕਿ ਸਾਡੇ ਸ਼ੇਅਰ ਖਰੀਦ ਸਕਣ, ਠੀਕ ਹੈ। ਦ ਪਬਲਿਕ ਅਪਲਾਈਡ ਫॉर 8,55,000 ਸ਼ੇਅਰਸ, 8,55,000 ਸ਼ੇਅਰ ਲਈ ਹੀ ਅਪਲਾਈ ਕੀਤਾ, ਬਾਕੀ ਦੇ ਸ਼ੇਅਰਾਂ ਲਈ ਕੋਈ ਐਪਲੀਕੇਸ਼ਨ ਨਹੀਂ ਆਈ, ਠੀਕ ਹੈ। ਸੋ ਕੈਨ ਦ ਕੰਪਨੀ ਪ੍ਰੋਸੀਡ ਫॉर ਦ ਅਲਾਟਮੈਂਟ ਆਫ ਸ਼ੇਅਰਸ, ਗਿਵ ਰੀਜ਼ਨ ਇਨ ਸਪੋਰਟ ਆਫ ਯੂਰ ਆਨਸਰ, ਠੀਕ ਹੈ। ਹੁਣ ਕੰਪਨੀ ਹੁਣ ਕੀ ਕਰ ਸਕਦੀ, ਮੰਨ ਲਓ ਤੁਸੀਂ ਆਪਣੀ ਕੰਪਨੀ ਬਣਾਉਂਦੇ ਆ, 10 ਲੱਖ ਜਿਹੜੇ ਇਕੁਇਟੀ ਸ਼ੇਅਰ ਤੁਸੀਂ ਲਾਂਚ ਕੀਤੇ, ਹਰੇਕ ਸ਼ੇਅਰ ਦੀ ਕੀਮਤ 10 ਰੁਪਏ ਆ, ਬਟ ਪਬਲਿਕ ਨੇ ਕੀ ਕੀਤਾ, 8,55,000 ਸ਼ੇਅਰ ਵਾਸਤੇ ਹੀ ਅਪਲਾਈ ਕੀਤਾ, ਤੁਹਾਡੇ ਕੋਲ ਇੰਨੀਆਂ ਹੀ ਐਪਲੀਕੇਸ਼ਨਸ ਆਈਆਂ। ਤੇ ਹੁਣ ਇਹ ਕੁਐਸਚਨ ਪੁੱਛਿਆ ਗਿਆ ਕਿ ਕੰਪਨੀ ਜਿਹੜੀ ਆ ਸ਼ੇਅਰਸ ਅਲਾਟਮੈਂਟ ਕਰੂਗੀ ਕਿ ਨਹੀਂ ਕਰੂਗੀ, ਠੀਕ ਹੈ। ਇਹ ਸਿੰਪਲ ਜਿਹਾ ਕੁਐਸਚਨ ਹੈ। ਸੋ ਦੇਖੋ ਕੰਪਨੀ ਜਿਹੜੀ ਆ, ਜਦੋਂ ਤੱਕ ਜਿਹੜੀ ਤੁਹਾਡੀ 90% ਜਿਹੜੀ ਸਬਸਕ੍ਰਿਪਸ਼ਨ ਨਹੀਂ ਹੋ ਜਾਂਦੀ, ਉਸ ਟਾਈਮ ਤੱਕ ਕੰਪਨੀ ਸ਼ੇਅਰਸ ਦੀ ਅਲਾਟਮੈਂਟ ਨਹੀਂ ਕਰ ਸਕਦੀ, ਠੀਕ ਹੈ ਜੀ। ਇਹ ਸਿੱਧੀ ਐਗਜ਼ਾਮਪਲ ਆ। ਜਦੋਂ ਤੁਹਾਡੇ ਕੋਲ 90%, ਹੁਣ ਦੇਖੋ 90% ਬਣੀ ਨਹੀਂ, ਜੇ 10 ਲੱਖ ਦਾ ਆਪਾਂ 8,55,000 ਦੇ ਨਾਲ ਆਪਾਂ ਇਹਦੀ ਪਰਸੈਂਟੇਜ ਕਰਦੇ ਹਾਂ ਤਾਂ ਸਿੱਧੀ 85.5% ਜਿਹੜੀ ਬਣਦੀ ਹੈ, ਠੀਕ ਹੈ। 90% ਤਾਂ ਬਣੀ ਨਹੀਂ ਕਿਸੇ ਵੀ ਤਰੀਕੇ ਦੇ ਨਾਲ। ਸੋ ਕੰਪਨੀ ਉਦੋਂ ਤੱਕ ਸ਼ੇਅਰ ਦੀ ਅਲਾਟਮੈਂਟ ਨਹੀਂ ਕਰ ਸਕਦੀ ਜਦੋਂ ਤੱਕ ਉਸ ਕੰਪਨੀ ਦੀਆਂ ਸਬਸਕ੍ਰਿਪਸ਼ਨ 90% ਨਹੀਂ ਹੋ ਜਾਂਦੀਆਂ। 90% ਲੋਕੀ ਜੇ ਅਪਲਾਈ, ਮੰਨ ਲਓ ਇੱਥੇ 9 ਲੱਖ ਬੰਦੇ ਜੇ ਅਪਲਾਈ ਕਰਦੇ, ਠੀਕ ਹੈ, ਦੈਨ ਜਿਹੜੀ ਕੰਪਨੀ ਸੀ ਅਲਾਟਮੈਂਟ ਸ਼ੇਅਰਾਂ ਦੀ ਕਰ ਸਕਦੀ ਸੀ, ਬਟ ਹੁਣ ਨਹੀਂ ਕਰ ਸਕਦੀ, ਠੀਕ ਹੈ ਜੀ। ਦ ਕੰਪਨੀ ਕੈਨ ਨਾਟ ਪ੍ਰੋਸੀਡ ਫॉर ਅਲਾਟਮੈਂਟ ਆਫ ਸ਼ੇਅਰਸ, allotment of shares can only be taken place if the company receive 90% of the subscription, that is ਕਿੰਨੀ ਸੀ, 9 ਲੱਖ rupees. In this case the shares are subscribed for less, ਠੀਕ ਹੈ। ਜਦੋਂ ਤੱਕ ਜਿਹੜੀ ਕੰਪਨੀ ਹੈ 90% ਸਬਸਕ੍ਰਿਪਸ਼ਨ ਨਹੀਂ ਹਾਸਲ ਕਰ ਲੈਂਦੀ, ਉਸ ਟਾਈਮ ਤੱਕ ਅਲਾਟਮੈਂਟ ਨਹੀਂ ਕਰ ਸਕਦੀ।